ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT ਦੀ ਕੱਟ ਆਫ ਲਿਸਟ ਬਾਰੇ ਜੋ ਰੀਸੈਂਟਲੀ ਜਾਰੀ ਹੋਈ ਹੈ ਤੇ ਉਹਦੇ ਨਾਲ ਕੈਂਡੀਡੇਟਸ ਨੂੰ ਜੋ ਡਾਕੂਮੈਂਟਸ ਦੇ ਲਈ ਕਾਲ ਕੀਤੀ ਗਈ ਹੈ ਕਿ ਮਤਲਬ ਡਾਕੂਮੈਂਟਸ ਜੋ ਨੇ ਉਹ ਵੀ ਆਪਣੇ ਅਪਲੋਡ ਕਰ ਦੇਣ, ਤਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਪਲੱਸ ਉਹਦੇ ਨਾਲ ਤੁਹਾਡੇ ਮਨ ਦੇ ਵਿੱਚ ਜਿਹੜੇ ਬਹੁਤ ਸਵਾਲ ਚੱਲ ਰਹੇ ਨੇ ਉਹਨਾਂ ਦੀ ਵੀ ਮੈਂ ਕਲੈਰੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕਰੂੰਗੀ। ਲਾਈਕ ਮਾਰਕਸ ਨੂੰ ਲੈ ਕੇ ਬਹੁਤ ਡਾਊਟਸ ਹੋ ਰਹੇ ਨੇ ਕੈਂਡੀਡੇਟਸ ਨੂੰ ਕੱਟ ਆਫ ਵਾਲੇ ਮਾਰਕਸ ਨੂੰ ਲੈ ਕੇ, ਤੇ ਲਾਸਟ ਡੇਟ ਬਾਰੇ ਗੱਲ ਕਰਾਂਗੇ ਕਦੋਂ ਤੱਕ ਤੁਸੀਂ ਅਪਲੋਡ ਕਰ ਸਕਦੇ ਹੋ। ਬੀਐਡ ਵਾਲਿਆਂ ਦੀ ਗੱਲ ਕਰਾਂਗੇ ਕਿ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ, ਤੇ ਅਪੇਅਰਿੰਗ ਕੈਂਡੀਡੇਟਸ ਦੀ ਵੀ ਗੱਲ ਕਰਾਂਗੇ ETT ਵਾਲੇ, ਤੇ ਹੋਰ ਜਿੰਨੇ ਵੀ ਤੁਹਾਡੇ ਡਾਊਟਸ ਹੋਣਗੇ ਉਹਨਾਂ ਦੇ ਆਨਸਰ ਜਿੰਨੀ ਕੁ ਮੈਨੂੰ ਨੌਲੇਜ ਹੈ ਦੇਣ ਦੀ ਕੋਸ਼ਿਸ਼ ਕਰੂੰਗੀ। ਤੇ ਇਸੇ ਕਰਕੇ ਮੇਰੀ ਵੀਡੀਓ ਥੋੜ੍ਹੀ ਜਿਹੀ ਲੇਟ ਹੋ ਜਾਂਦੀ ਹੁੰਦੀ ਕਿਉਂਕਿ ਪਹਿਲਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਮੈਂ ਸਾਰਾ ਨੋਟਿਸ ਜੋ ਹੈ ਉਹ ਖੁਦ ਧਿਆਨ ਨਾਲ ਪੜ੍ਹਾਂ, ਠੀਕ ਹੈ ਜੀ, ਤੇ ਫਿਰ ਉਹ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਾਸ ਕਰਾਂ। ਸੋ ਮੈਂ ਇਸ ਤੋਂ ਪਹਿਲਾਂ ਸਾਰੇ ਪੱਖਾਂ ਤੋਂ ਸਾਰੇ ਪਹਿਲੂਆਂ ਤੋਂ ਨੋਟਿਸ ਨੂੰ ਦੇਖਿਆ ਤੇ ਦੇਖਿਆ ਕਿ ਇਹਦੇ ਵਿੱਚ ਕਨਫਿਊਜ਼ਨਸ ਕੀ ਨੇ ਤੇ ਐਕਚੁਅਲ ਦੇ ਵਿੱਚ ਤੁਸੀਂ ਕਰਨਾ ਕੀ ਹੈ, ਤੇ ਉਹਦੇ ਬਾਰੇ ਮੈਂ ਹੁਣ ਇਹਦੇ ਵਿੱਚ ਤੁਹਾਨੂੰ ਸਾਰਾ ਦੱਸੂਗੀ। ਤੇ ਉਸ ਤੋਂ ਪਹਿਲਾਂ ਜੀ ਅਗੇਨ ਤੋਂ ਇੱਕ ਰਿਕੁਐਸਟ ਹੈ ਕਿ ETT ਤੇ ਬੀਐਡ ਵਾਲੇ ਨੇ ਪਲੀਜ਼ ਉਹ ਆਪਣੇ ਆਰਗੂਮੈਂਟਸ ਇਸ ਵੀਡੀਓ ਦੇ ਵਿੱਚ ਕਮੈਂਟਸ ਦੇ ਨੀਚੇ ਨਾ ਕਰਿਓ, ਰਿਕੁਐਸਟ ਹੀ ਹੈ ਇੱਕ, ਕਿਉਂਕਿ ਤੁਹਾਡੇ ਆਰਗੂਮੈਂਟਸ ਕਰਨ ਨਾਲ ਤੁਹਾਨੂੰ ਦੋਨਾਂ ਹੀ ਜਿਹੜੀਆਂ ਸਾਈਡਸ ਨੂੰ ਕੋਈ ਫਾਇਦਾ ਨਹੀਂ ਹੋਣਾ, ਠੀਕ ਹੈ ਜੀ। ਸੋ ਬੈਟਰ ਇਹੀ ਹੈ ਕਿ ਜੋ ਗਵਰਨਮੈਂਟ ਦਾ ਡਿਸੀਜਨ ਹੁੰਦਾ ਫਾਈਨਲ ਹੁੰਦਾ, ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨੇ ਚੈਲੰਜ ਕਰਨ ਦੀਆਂ ਉਹਨਾਂ ਨੂੰ, ਸੋ ਤੁਸੀਂ ਉਹ ਕਰ ਸਕਦੇ ਹੋ। ਇੱਥੇ ਆਰਗੂਮੈਂਟਸ ਕਰਕੇ ਆਪਣੇ ਟਾਈਮ ਵੇਸਟ ਪਲੀਜ਼ ਨਾ ਕਰਿਓ ਤੇ ਯੂਨਿਟੀ ਬਣਾ ਕੇ ਰੱਖਿਆ ਕਰੋ। ਮੈਂ ਕੱਲ ਵੀ ਇਹੀ ਗੱਲ ਕਹੀ ਸੀ ਕਿ ਸਰਕਾਰਾਂ ਦੀ ਨੀਤੀ ਤਾਂ ਹਮੇਸ਼ਾ ਤੋਂ ਹੀ ਇਹੀ ਹੁੰਦੀ ਹੈ, ਪਾੜੋ ਤੇ ਰਾਜ ਕਰੋ। ਸੋ ਤੁਸੀਂ ਸਾਰੇ ਜੋ ਹੈ ਉਹ ਇੱਕ ਮਹਿਕਮੇ ਤੋਂ ਹੋ, ਤੁਸੀਂ ਸਾਰੇ ਟੀਚਰ ਮਹਿਕਮੇ ਦੇ ਵਿੱਚ ਆਉਂਦੇ ਹੋ, ਸੋ ਪਲੀਜ਼ ਐਟਲੀਸਟ ਤੁਸੀਂ ਸਾਰੇ ਆਪਣਾ ਸਾਥ ਬਣਾ ਕੇ ਰੱਖੋ। ਪੋਸਟਾਂ ਆਪਾਂ ਵਧਾਉਣ ਦੀ ਮੰਗ ਕਰ ਸਕਦੇ ਹਾਂ ਉਹਨਾਂ ਤੋਂ। ਅਗਰ ਤੁਸੀਂ ਇੱਦਾਂ ਕਰੋਗੇ, ਇੱਕ ਦੂਜੇ ਨੂੰ ਚੈਲੰਜ ਕਰੋਗੇ, ਕੋਰਟ ਕੇਸਿਸ ਲਗਾਓਗੇ, ਰਿਟਸ ਲਗਾਓਗੇ, ਦੈਨ ਓਬਵੀਅਸਲੀ ਤੁਹਾਨੂੰ ਜੋਬ ਕਿਸੇ ਨੂੰ ਵੀ ਨਹੀਂ ਮਿਲਣੀ। ਭਰਤੀ ਬਹੁਤ ਟਾਈਮ ਤੱਕ ਲਟਕ ਸਕਦੀ ਹੁੰਦੀ ਹੈ, 2-2 ਸਾਲਾਂ ਤੱਕ ਇਹਨਾਂ ਦੇ ਕੇਸਿਸ ਚੱਲਦੇ ਰਹਿੰਦੇ ਨੇ ਤੇ ਵਿਦ ਹੈਲਡ 'ਤੇ ਰੱਖੀ ਜਾਂਦੀ ਹੈ, ਠੀਕ ਹੈ ਜੀ। ਸੋ ਕੋਸ਼ਿਸ਼ ਇਹੀ ਕਰੋ ਕਿ ਉਸ ਚੀਜ਼ ਨੂੰ ਸਮਝੋ ਤੇ ਦੇਖੋ, ਫੈਕਟਸ ਵਗੈਰਾ ਚੈੱਕ ਕਰੋ, ਤੇ ਫਿਰ ਵੀ ਅਗਰ ਕੋਈ ਕਨਫਿਊਜ਼ਨ ਹੈ ਫਿਰ ਤੁਸੀਂ ਜ਼ਰੂਰ ਕਮੈਂਟ ਕਰ ਸਕਦੇ ਹੋ। ਪਹਿਲਾਂ ਤਾਂ ਗੱਲ ਕਰਦੇ ਹਾਂ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਾਲਿਆਂ ਦੀ। ਤੇ ਮੈਨੂੰ ਲੱਗਦਾ ਕਿ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦਾ ਨਾਮ ਬਦਲ ਕੇ ਨਾ ਇਹਨਾਂ ਨੂੰ ਕਨਫਿਊਜ਼ਨ ਰਿਕਰੂਟਮੈਂਟ ਬੋਰਡ ਰੱਖ ਦੇਣਾ ਚਾਹੀਦਾ, ਕਿਉਂਕਿ ਇੰਨੀ ਕੁ ਜ਼ਿਆਦਾ ਇਹਦੇ ਵਿੱਚ ਕਨਫਿਊਜ਼ਨ ਹੁੰਦੀ ਹੈ। ਹਰ ਨੋਟਿਸ ਦੇ ਵਿੱਚ ਹੀ ਕੈਂਡੀਡੇਟਸ ਨੂੰ ਮਤਲਬ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ। ਇੰਨੀ ਉਹਨਾਂ ਨੂੰ ਪੇਪਰ ਦੀ ਟੈਨਸ਼ਨ ਨਹੀਂ ਹੁੰਦੀ ਜਿੰਨੀ ਆ ਨੋਟਿਸਿਸ ਦੀ ਟੈਨਸ਼ਨ ਹੁੰਦੀ ਹੈ, ਕਿਉਂਕਿ ਬਹੁਤ ਘੱਟ ਵਾਰੀ ਹੁੰਦਾ ਕਿ ਇਹਨਾਂ ਦਾ ਨੋਟਿਸ ਕਲੀਅਰ ਹੋਵੇ। ਸੋ ਇਸ ਨੋਟਿਸ ਦੇ ਵਿੱਚ ਵੀ ਕਾਫੀ ਸਾਰੀਆਂ ਕਮੀਆਂ ਨੇ ਤੇ ਕੈਂਡੀਡੇਟਸ ਨੂੰ ਕੁਝ ਚੀਜ਼ਾਂ ਕਲੀਅਰ ਨਹੀਂ ਹੋਈਆਂ, ਸੋ ਉਹਦੇ ਬਾਰੇ ਗੱਲ ਕਰਾਂਗੇ। ਤੇ ਨੋਟਿਸ ਦੇ ਵਿੱਚ ਮੈਂ ਤੁਹਾਨੂੰ ਮੋਟਾ ਦੱਸ ਦਿੰਦੀ ਹਾਂ ਕਿ ਲਿਖਿਆ ਕੀ ਹੋਇਆ। ਉਮੀਦਵਾਰਾਂ ਦੇ ਲਿਖਤੀ ਟੈਸਟ ਤੋਂ ਪ੍ਰਾਪਤ ਅੰਕ, ਰਿਟਨ ਟੈਸਟ, ਠੀਕ ਹੈ ਜੀ, ਗ੍ਰੈਜੂਏਸ਼ਨ ਦੀ ਦਰਜਾਬੰਦੀ ਜਿਹੜੀ ਤੁਹਾਡੀ ਗ੍ਰੈਜੂਏਸ਼ਨ ਦੀ ਡਿਵੀਜ਼ਨ ਹੈ, ਪਲੱਸ ਜਿਹੜੇ ਐਕਸਪੀਰੀਅੰਸ ਵਾਲੇ ਨੇ ਯਾਨੀ ਕਿ ਜਿਹੜੇ ਵਲੰਟੀਅਰਸ ਨੇ ਉਹਨਾਂ ਦੇ, ਠੀਕ ਹੈ ਜੀ। ਇਹ ਤਿੰਨਾਂ ਚੀਜ਼ਾਂ ਦੇ ਮਾਰਕਸ ਐਡ ਕਰਕੇ ਇਹਨਾਂ ਨੇ ਕੀ ਕੀਤਾ, ਇੱਕ ਕੱਟ ਆਫ ਜੋ ਹੈ ਹੇਠ ਲਿਖੀਆਂ ਕੈਟੇਗਰੀਆਂ ਦੇ ਸਾਹਮਣੇ ਦਰਸਾਏ ਗਏ ਕੱਟ ਆਫ ਅੰਕਾਂ ਦੀ ਮਤਲਬ ਉਹਨਾਂ ਨੇ ਇੱਕ ਆਪਾਂ ਨੂੰ ਲਿਸਟ ਦੇ ਦਿੱਤੀ ਹੈ ਅੱਜ। ਸੋ ਇਸ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਸਿੱਖਿਆ ਪ੍ਰੋਵਾਈਡਰ, ਠੀਕ ਹੈ ਜੀ, ਜਿਨ੍ਹਾਂ ਦੇ ਇਹਨਾਂ ਕੱਟ ਆਫ ਤੋਂ ਉੱਤੇ ਅੰਕ ਆਏ ਨੇ, ਉਹ ਸਾਰੇ ਸਿੱਖਿਆ ਪ੍ਰੋਵਾਈਡਰ ਵਲੰਟੀਅਰਸ ਜੋ ਵੀ ਨੇ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਨਾਲ ਨੱਥੀ ਪਰਫਾਰਮਾ ਦਿੱਤਾ ਹੋਇਆ ਨੀਚੇ ਅਨੈਕਸਚਰ ਦਿੱਤਾ ਹੋਇਆ ਅਨੁਸਾਰ ਆਪਣਾ ਤਜਰਬਾ ਸਰਟੀਫਿਕੇਟ ਜੋ ਹੈ ਉਹ ਤਸਦੀਕ ਕਰਵਾ ਕੇ ਜਲਦ ਹੀ ਸ਼ੁਰੂ ਹੋਣ ਜਾ ਰਹੀ ਸਕਰੂਟਨੀ ਸਮੇਂ ਆਪਣੇ ਅਸਲ ਦਸਤਾਵੇਜ਼ਾਂ ਦੇ ਨਾਲ ਤਜਰਬਾ ਸਰਟੀਫਿਕੇਟ ਵੀ ਪੇਸ਼ ਕਰਨਗੇ, ਠੀਕ ਹੈ ਜੀ। ਸੋ ਹੁਣ ਇਹਦੇ ਵਿੱਚ ਇਹਨਾਂ ਨੇ ਵਲੰਟੀਅਰਸ ਨੂੰ ਜੋ ਹੈ ਪਹਿਲਾਂ ਤਾਂ ਇਹ ਕਿਹਾ ਹੋਇਆ ਕਿ ਉਹ ਸਾਰੇ ਆਪਣੇ ਜੋ ਨੇ ਇਹਦੇ ਵਿੱਚ ਡਾਕੂਮੈਂਟਸ ਉਹਨਾਂ ਦੇ ਨੇ ਉਹ ਅਪਲੋਡ ਕਰਨਗੇ ਤੇ ਸਰਟੀਫਿਕੇਟ ਜਿਹੜਾ ਤਜਰਬਾ ਸਰਟੀਫਿਕੇਟ ਹੈ ਉਦੋਂ ਵੀ ਪੇਸ਼ ਕਰਨਗੇ, ਠੀਕ ਹੈ ਜੀ। ਤੇ ਇਹਦੇ ਤੋਂ ਉੱਪਰ ਵਾਲੇ ਅੰਕ ਕਿਹਾ ਇਹਨਾਂ ਨੇ ਕਿ ਜਿੰਨੇ ਕੱਟ ਆਫ ਦੇ ਵਿੱਚ ਮਾਰਕਸ ਆਏ ਨੇ ਉਸ ਤੋਂ ਉੱਪਰ ਵਾਲੇ। ਸੋ ਪਹਿਲਾ ਡਾਊਟ ਤਾਂ ਇੱਥੇ ਹੀ ਹੁੰਦਾ ਕਿਉਂਕਿ ਕਦੇ ਵੀ ਕੱਟ ਆਫ ਮਾਰਕਸ ਆਉਣ ਉਹਨਾਂ ਦਾ ਮਤਲਬ ਹੁੰਦਾ ਲਾਈਕ ਜਨਰਲ ਕੈਟੇਗਰੀ ਦੇ ਅੱਜ 74 ਆਈ ਹੈ ਆਪਣੀ, ਠੀਕ ਹੈ ਜੀ, ਕੱਟ ਆਫ, ਤਾਂ ਉਹਦਾ ਮਤਲਬ ਹੁੰਦਾ 74 ਵਾਲਾ ਪਰਸਨ ਵੀ ਜਾਊਗਾ ਤੇ 74 ਪਲੱਸ ਵਾਲੇ ਵੀ ਸਾਰੇ ਜਾਣਗੇ। ਬਟ ਇਹਨਾਂ ਨੇ ਕਿਹਾ ਕਿ 74 ਪਲੱਸ ਵਾਲੇ ਜਾਣਗੇ, 74 ਵਾਲਿਆਂ ਨੂੰ ਇਹਨਾਂ ਨੇ ਨਾ ਕੀਤੀ ਹੈ, ਜੋ ਕਿ ਬਿਲਕੁਲ ਗਲਤ ਹੈ। ਜਦੋਂ ਕਿ ਕੱਟ ਆਫ ਦਾ ਮਤਲਬ ਇਹੀ ਹੁੰਦਾ ਕਿ ਇਹ ਲਾਸਟ ਕਾਲਡ ਕੈਂਡੀਡੇਟ ਦੇ ਨੰਬਰ ਹੁੰਦੇ ਨੇ, ਕਿ 74 ਵਾਲੇ ਦਾ ਵੀ ਓਨਾ ਹੀ ਹੱਕ ਬਣਦਾ, ਉਹ ਵੀ ਜ਼ਰੂਰ ਜਾਏਗਾ ਸਕਰੂਟਨੀ ਦੇ ਵਿੱਚ। ਬਟ ਇਹਨਾਂ ਨੇ ਉੱਪਰ ਵਾਲੇ ਅੰਕ ਕਹੇ ਨੇ, ਤਾਂ ਪਤਾ ਨਹੀਂ ਕਿਉਂ ਕਹੇ ਨੇ, ਤੇ ਇਹਦੇ ਲਈ ਰਿਗਾਰਡਿੰਗ ਤੁਹਾਨੂੰ ਮੇਲ ਕਰਨੀ ਹੀ ਪੈਣੀ ਹੈ ਜਿਨ੍ਹਾਂ ਦੇ 74 ਮਾਰਕਸ ਬਣ ਰਹੇ ਨੇ ਜਾਂ ਜਿਹੜੇ ਐਜ 'ਤੇ ਨੇ, ਜਿਨ੍ਹਾਂ ਦੇ
ਲਾਸਟ ਵਾਲੇ ਜਿੰਨੇ ਇੱਥੇ ਆਪਾਂ ਨੂੰ ਨੀਚੇ ਕੱਟ ਆਫ ਦਿੱਤੀਆਂ ਹੋਈਆਂ ਨੇ ਓਨੇ ਮਾਰਕਸ ਹੋਣਗੇ। ਦੂਜੀ ਚੀਜ਼ ਤੁਸੀਂ ਇੱਥੇ ਇਹ ਕਰ ਸਕਦੇ ਹੋ ਕਿ ਤੁਸੀਂ ਆਪਣੀ ਲੌਗਇਨ ਆਈਡੀ ਕਰਕੇ ਲੌਗਇਨ ਕਰਕੇ ਪਾਸਵਰਡ ਨਾਲ ਤੁਸੀਂ ਉੱਥੇ ਚੈੱਕ ਕਰਨਾ ਕਿ ਕੀ ਤੁਹਾਨੂੰ ਅਪਲੋਡ ਡਾਕੂਮੈਂਟਸ ਦੀ ਆਪਸ਼ਨ ਆ ਰਹੀ ਹੈ। ਅਗਰ ਆ ਰਹੀ ਹੈ ਤਾਂ ਆਪਣੇ ਜੋ ਮੌਕਾ ਹੈ ਉਹਨੂੰ ਸੰਭਾਲੋ ਅਤੇ ਆਪਣੇ ਡਾਕੂਮੈਂਟਸ ਜੋ ਨੇ ਫਟਾਫਟ ਅਪਲੋਡ ਕਰ ਦਿਓ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਸੈਕਿੰਡ ਦੇਖੋ ਤੁਸੀਂ ਕੈਟੇਗਰੀ ਕੱਟ ਆਫ ਲਾਸਟ ਕਾਲਡ ਕੈਂਡੀਡੇਟ। ਹੁਣ ਇਹਦੇ ਵਿੱਚ ਵੈਸੇ ਤਾਂ ਅਗਰ ਆਪਾਂ ਇੱਥੇ ਦੇਖੀਏ ਤਾਂ ਇਹਨਾਂ ਨੇ ਕਿਹਾ ਲਾਸਟ ਕਾਲਡ ਕੈਂਡੀਡੇਟ ਕਿ ਜਿਹੜਾ ਆਖਰੀ ਕੈਂਡੀਡੇਟ ਬੁਲਾਇਆ ਗਿਆ ਉਹਦੇ ਮਾਰਕਸ ਨੇ, ਬਟ ਹੁਣ ਇਹ ਕਹਿ ਰਹੇ ਨੇ ਕਿ ਇਸ ਤੋਂ ਉੱਪਰ ਵਾਲੇ ਅੰਕਾਂ ਦੀ। ਤਾਂ ਪਹਿਲੀ ਕਨਫਿਊਜ਼ਨ ਤਾਂ ਇਹ ਹੈ, ਸਮਝ ਨਹੀਂ ਆ ਰਹੀ ਕਿ ਹੁਣ ਇਹਨਾਂ ਨੇ 75 53 64 ਵਾਲਿਆਂ ਨੂੰ ਬੁਲਾਇਆ ਕਿ 74 52 63 ਵਾਲਿਆਂ ਨੂੰ। ਠੀਕ ਹੈ ਜੀ। ਸੋ ਜਨਰਲ ਦੀ ਅਗਰ ਆਪਾਂ ਦੇਖੀਏ ਤਾਂ 74 ਹੈ ਕੱਟ ਆਫ, SC/MNB ਦੀ 52 63 36 27 54। ਸੋ ਇਸ ਤਰ੍ਹਾਂ ਸਾਰੀਆਂ ਕੈਟੇਗਰੀ ਵਾਈਜ਼ ਇਹਨਾਂ ਨੇ ਦਿੱਤੀਆਂ ਹੋਈਆਂ ਨੇ। ਜਨਰਲ ਸਪੋਰਟਸ ਦੇ ਸਾਰੇ ਕੈਂਡੀਡੇਟ ਬੁਲਾਏ ਨੇ, SC/MNB ਸਪੋਰਟਸ ਦੇ ਸਾਰੇ ਕੈਂਡੀਡੇਟਸ, SCR&O ਸਪੋਰਟਸ ਦੇ ਸਾਰੇ ਕੈਂਡੀਡੇਟ, CWS ਦੇ 68 ਵਾਲੇ ਕੈਂਡੀਡੇਟਸ, ਇਸ ਤੋਂ ਉੱਪਰ ਵਾਲੇ ਕੈਂਡੀਡੇਟਸ ਨੇ ਉਹਨਾਂ ਸਾਰਿਆਂ ਨੂੰ ਜੋ ਹੈ ਬੁਲਾਇਆ ਗਿਆ। ਠੀਕ ਹੈ ਜੀ। ਮਤਲਬ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਜਾਂਦੀ ਹੈ। ਉਹ ਮੈਂ ਤੁਹਾਨੂੰ ਅੱਗੇ ਪੜ੍ਹ ਕੇ ਸੁਣਾਉਣੀ ਹੈ ਕੀ ਹੈ। ਉਸ ਤੋਂ ਬਾਅਦ ਜੀ ਅੱਗੇ ਦੇਖੋ ਨੋਟਿਸ ਕਿ ਇਸ ਤੋਂ ਇਲਾਵਾ ਉਪਰੋਕਤ ਕੱਟ ਆਫ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਾਰੇ ਵਿੱਦਿਅਕ ਅਤੇ ਹੋਰ ਸਰਟੀਫਿਕੇਟ ਜੇਕਰ ਕੋਈ ਹੋਣ ਤਾਂ ਸਿੰਗਲ PDF ਬਣਾ ਕੇ ਆਪਣੇ ਲੌਗਇਨ ਆਈਡੀ ਰਾਹੀਂ ਤੁਰੰਤ ਅਪਲੋਡ ਕਰਨਾ ਯਕੀਨੀ ਬਣਾਉਣਗੇ। ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਸੋ ਜੀ ਤੁਰੰਤ ਕਿਆ ਤਾਂ ਮਤਲਬ ਤੁਹਾਨੂੰ ਟਾਈਮ ਬਹੁਤ ਥੋੜ੍ਹਾ ਮਿਲੂਗਾ, ਅੱਜ ਅਤੇ ਕੱਲ੍ਹ ਅਤੇ ਪਰਸੋਂ 2 ਕੁ ਦਿਨ ਦਾ ਟਾਈਮ ਮਿਲ ਸਕਦਾ, ਇਸ ਤੋਂ ਜ਼ਿਆਦਾ ਨਹੀਂ ਮਿਲਣਾ। ਸੋ ਅਗਰ ਤੁਹਾਡੇ ਕੋਲ ਡਾਕੂਮੈਂਟਸ ਰੈਡੀ ਨੇ ਤਾਂ ਤੁਸੀਂ ਬਿਨਾਂ ਟਾਈਮ ਵੇਸਟ ਕੀਤੇ ਆਪਣੇ ਡਾਕੂਮੈਂਟਸ ਜੋ ਨੇ ਉਹ ਅੱਜ ਹੀ ਅਪਲੋਡ ਕਰ ਦਿਓ। ਠੀਕ ਹੈ ਜੀ। ਤੁਰੰਤ ਲਿਖਿਆ, ਕੋਈ ਡੇਟ ਵਗੈਰਾ ਨਹੀਂ ਦਿੱਤੀ ਹੋਈ। ਇਟ ਮੀਨਸ ਜਦੋਂ ਨੋਟਿਸ ਆਇਆ ਤਾਂ ਉਹਦੇ ਨਾਲ ਹੀ ਬਿਲਕੁਲ ਮਤਲਬ ਤੁਸੀਂ ਅਪਲੋਡ ਕਰਨੇ ਸਟਾਰਟ ਕਰ ਦੇਣੇ ਨੇ। ਠੀਕ ਹੈ ਜੀ। ਹੁਣ ਦੇਖੋ ਨੋਟਿਸ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਡਾਕੂਮੈਂਟਸ ਕਿਹੜੇ ਕਿਹੜੇ ਕਹੇ ਨੇ। ਵੈਸੇ ਤਾਂ ਸਾਰੇ ਡਾਕੂਮੈਂਟਸ ਉਹੀ ਨੇ ਜਿਨ੍ਹਾਂ ਦੀ ਮੈਂ ਕੱਲ੍ਹ ਪਰਸੋਂ ਗੱਲ ਕੀਤੀ ਸੀ, ਅਤੇ ਇੱਕ ਦੋ ਮਿਸਿੰਗ ਨੇ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜੇ ਨੋਟਿਸ ਇਹਦੇ ਵਿੱਚ ਡਾਕੂਮੈਂਟ ਮਿਸਿੰਗ ਨੇ। ਸਭ ਤੋਂ ਪਹਿਲਾਂ ਤਾਂ ਜੀ ਮੈਟ੍ਰਿਕ ਦੇ DMC ਅਤੇ ਸਰਟੀਫਿਕੇਟ। ਤਾਂ DMC ਸਰਟੀਫਿਕੇਟ ਦੋਨੋਂ ਇੱਕ ਹੀ ਚੀਜ਼ ਨੇ। ਆਪਣੇ ਪੰਜਾਬ ਦੇ ਵਿੱਚ ਆਪਾਂ ਨੂੰ ਇੱਕ ਹੀ ਦਿੰਦੇ ਨੇ ਸਰਟੀਫਿਕੇਟ, ਉਹਦੇ ਉੱਤੇ ਹੀ ਡਿਟੇਲਡ ਮਾਰਕਸ ਲਿਖੇ ਹੁੰਦੇ ਨੇ। ਠੀਕ ਹੈ। ਸਨਦ ਵੀ ਸਰਟੀਫਿਕੇਟ ਨੂੰ ਜਾਂ ਡਾਕੂਮੈਂਟ ਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ। ਉਸ ਤੋਂ ਬਾਅਦ ਜੀ +2 ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਤੁਹਾਡਾ। ETT ਪਾਸ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਗ੍ਰੈਜੂਏਸ਼ਨ ਦੇ DMC ਜੇਕਰ ਪਾਸ ਕੀਤੀ ਹੈ ਤਾਂ। ਕੈਟੇਗਰੀ ਦਾ ਸਰਟੀਫਿਕੇਟ ਚਾਹੀਦਾ, ਡੋਮਿਸਾਈਲ ਦਾ ਸਰਟੀਫਿਕੇਟ ਚਾਹੀਦਾ। ਇਹਨਾਂ ਸਾਰੇ ਸਰਟੀਫਿਕੇਟਸ ਬਾਰੇ ਮੈਂ ਤੁਹਾਨੂੰ ਪਰਸੋਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕੈਟੇਗਰੀ ਵਾਈਜ਼ ਕਿ ਕਿਵੇਂ ਕਿਵੇਂ ਦੇ ਸਰਟੀਫਿਕੇਟ ਤੁਹਾਡੇ ਹੋਣੇ ਚਾਹੀਦੇ ਨੇ। ਅਤੇ ਉਸ ਤੋਂ ਬਾਅਦ ਤਜਰਬਾ ਸਰਟੀਫਿਕੇਟ, ਇਹ ਕੇਵਲ ਸਿੱਖਿਆ ਪ੍ਰੋਵਾਈਡਰ ਨੇ ਜਿਹੜੇ ਉਹਨਾਂ ਵਾਸਤੇ ਹੈ। ਅਤੇ ਲਾਸਟ 8 ਦੇ ਵਿੱਚ ਇਹਨਾਂ ਨੇ ਕਿਹਾ ਕੋਈ ਹੋਰ ਸਰਟੀਫਿਕੇਟ ਜੇਕਰ ਲਾਗੂ ਹੋਵੇ। ਹੁਣ ਇੱਥੇ ਇੱਕ ਚੀਜ਼ ਮਿਸਿੰਗ ਹੈ ਜਿਹੜੀ, ਉਹ ਹੈ B.Ed ਵਾਲਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਇਹਦੇ ਵਿੱਚ। ਠੀਕ ਹੈ ਜੀ। ਕਿਉਂਕਿ ETT ਪਾਸ ਦਾ ਸਰਟੀਫਿਕੇਟ ਇਹਨਾਂ ਨੇ ਕਹਿਤਾ, ਗ੍ਰੈਜੂਏਸ਼ਨ ਦਾ ਕਹਿਤਾ, ਬਟ B.Ed ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਬਟ ਲਾਸਟ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਨੰਬਰ 8 'ਤੇ ਇਹ ਵੀ ਕਹਿਤਾ ਕਿ ਕੋਈ ਹੋਰ ਸਰਟੀਫਿਕੇਟ ਜੇਕਰ ਲਾਗੂ ਹੋਵੇ ਤਾਂ ਇੱਥੇ B.Ed ਵਾਲੇ ਇਸ ਨੂੰ ਮਤਲਬ ਮੰਨ ਕੇ ਚੱਲ ਸਕਦੇ ਨੇ ਕਿ ਸ਼ਾਇਦ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਹੋਵੇ ਅਤੇ ਉਹ ਆਪਣਾ ਸਰਟੀਫਿਕੇਟ ਜੋ ਹੈ ਅਪਲੋਡ ਕਰ ਸਕਦੇ ਨੇ ETT ਦੀ ਜਗ੍ਹਾ 'ਤੇ। ਹੁਣ ਇੱਥੇ ਜੀ ਅਗਰ ਤੁਹਾਡੇ ਕੋਲ ਬ੍ਰਿਜ ਕੋਰਸ ਵੀ ਹੈਗਾ ਦੈਨ ਤੁਸੀਂ ਨਾਲ ਉਹਦਾ ਸਰਟੀਫਿਕੇਟ ਵੀ ਅਪਲੋਡ ਕਰੋਗੇ ਆਪਣਾ। ਠੀਕ ਹੈ ਜੀ। ਅਗਰ ਤੁਸੀਂ ਆਲਰੇਡੀ ਕੀਤਾ ਹੋਇਆ ਤਾਂ। ਹੁਣ ਇੱਥੇ ਦੋ ਚੀਜ਼ਾਂ ਨੇ ਧਿਆਨ ਰੱਖਣ ਵਾਲੀਆਂ B.Ed ਵਾਲੇ ਕੈਂਡੀਡੇਟਸ ਖਾਸ ਕਰਕੇ, ਕਿ ਹੁਣ ਸਮਝ ਨਹੀਂ ਆ ਰਹੀ ਕਿ ਉਹਨਾਂ ਨੂੰ ਕੰਸੀਡਰ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ, ਕਿਉਂਕਿ ਕੋਈ ਹਿੰਟ ਹੀ ਨਹੀਂ ਮਿਲ ਰਿਹਾ ਕਿ ਮੈਰਿਟ ਲਿਸਟ ਜੋ ਹੈ ਉਹ ਕਿਹਨਾਂ ਦੀ ਬਣਾਈ ਗਈ ਹੈ। ਲਾਈਕ ਕੁਛ ਨਹੀਂ ਪਤਾ ਚੱਲ ਰਿਹਾ। ਤਾਂ ਜਿਹੜੇ B.Ed ਵਾਲੇ ਕੈਂਡੀਡੇਟਸ ਨੇ ਖਾਸ ਕਰਕੇ ਉਹ ਬਹੁਤ ਜ਼ਿਆਦਾ ਕਨਫਿਊਜ਼ਨ 'ਚ ਨੇ ਕਿ ਹੁਣ ਉਹਨਾਂ ਨੇ ਆਪਣੇ ਡਾਕੂਮੈਂਟਸ ਅਪਲੋਡ ਕਰਨੇ ਨੇ ਕਿ ਨਹੀਂ। ਤਾਂ ਪਹਿਲੀ ਗੱਲ ਤਾਂ ਇਹ ਜੀ, ਜਿਹੜੇ B.Ed ਵਾਲੇ ਕੈਂਡੀਡੇਟ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ, ਤੁਸੀਂ ਸਭ ਤੋਂ ਪਹਿਲਾਂ ਆਪਣੀ ਲੌਗਇਨ ਆਈਡੀ ਜੋ ਹੈ ਉਹ ਖੋਲ੍ਹ ਕੇ ਦੇਖੋ। ਠੀਕ ਹੈ ਜੀ। ਕਮੈਂਟ ਜ਼ਰੂਰ ਕਰ ਦਿਓ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਜੇ, ਮੈਨੂੰ ਵੀ ਮਤਲਬ ਇਨਫੋਰਮੇਸ਼ਨ ਚਾਹੀਦੀ ਹੈ ਥੋੜ੍ਹੀ ਜਿਹੀ ਕਿ ਕੀ ਇਹਨਾਂ ਦੇ ਲੌਗਇਨ ਆਈਡੀ ਦੇ ਵਿੱਚ ਅਪਲੋਡ ਦੀ ਆਪਸ਼ਨ ਆ ਰਹੀ ਹੈ ਜਾਂ ਨਹੀਂ ਆ ਰਹੀ। ਜੇ ਤਾਂ ਆਪਸ਼ਨ ਆ ਰਹੀ ਹੈ ਇਟ ਮੀਨਸ ਇਹਨਾਂ ਨੇ ਕੰਸੀਡਰ ਕੀਤਾ ਹੈ। ਠੀਕ ਹੈ ਜੀ। ਫਿਰ ਤੁਸੀਂ ਆਪਣੇ ਡਾਕੂਮੈਂਟਸ ਜੋ ਨੇ ਉਹ ਅਪਲੋਡ ਕਰ ਸਕਦੇ ਹੋ। ਦੂਜੀ ਗੱਲ, ਹੁਣ ਥੋੜ੍ਹੀ ਜਿਹੀ ਮੈਨੂੰ ਵੀ ਇਹਦੇ ਵਿੱਚ ਡਾਊਟ ਹੈ ਕਿ ਸ਼ਾਇਦ ਇਹਨਾਂ ਨੇ ਨਾ ਕੰਸੀਡਰ ਕੀਤਾ ਹੋਵੇ ਕਿਉਂਕਿ ਕੁਛ ਮੈਂਸ਼ਨ ਨਹੀਂ ਕੀਤਾ। ਲਾਸਟ ਟਾਈਮ ਜਦੋਂ ਭਰਤੀ ਹੋਈ ਸੀ ਤਾਂ ਉਦੋਂ ਇਹਨਾਂ ਨੇ ਇਹ ਚੀਜ਼ਾਂ ਸਾਰੀਆਂ ਮੈਂਸ਼ਨ ਕੀਤੀਆਂ ਸੀਗੀਆਂ। ਠੀਕ ਹੈ ਜੀ। ਸੋ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਸਕਰੀਨਸ਼ਾਟ ਉਸਦਾ। ਤਾਂ ਜੀ ਇਹ ਸੀਗਾ ਆਪਣਾ ਲਾਸਟ ਟਾਈਮ ਜਦੋਂ 2019 ਦੀ ਇਹ ਨਾ ਭਰਤੀ ਦਾ ਨੋਟਿਸ ਹੈ, ਹੈਂਡੀਕੈਪਡ ਦੀ ਭਰਤੀ ਹੋਈ ਸੀਗੀ ETT ਦੀ। ਤਾਂ ਉਹਨਾਂ ਦੇ ਨੋਟਿਸ ਵਿੱਚ ਦੇਖੋ ਕੀ ਆਇਆ ਸੀ।
6ਵੇਂ ਨੰਬਰ ਤੇ ਦੇਖੋ ਬੀਐਡ ਦੀ ਡੀਐਮਸੀ ਅਤੇ ਡਿਗਰੀ। ਤਾਂ ਇਹਨਾਂ ਨੇ ਬੀਐਡ ਦੀ ਡੀਐਮਸੀ ਤੇ ਡਿਗਰੀ ਦੋਨੋਂ ਮੰਗਾਏ ਸੀ, ਕਿਉਂਕਿ ਉਦੋਂ ਬੀਐਡ ਵਾਲੇ ਕੈਂਡੀਡੇਟਸ ਨੇ ਉਦੋਂ ਵੀ ਅਪਲਾਈ ਕੀਤਾ ਸੀਗਾ। ਸੋ ਇਟ ਮੀਨਸ ਕੈਂਡੀਡੇਟਸ ਐਲੀਜੀਬਲ ਸੀਗੇ ਲਾਸਟ ਈਅਰ ਤੇ ਹੁਣ ਜੌਬ ਵੀ ਕਰ ਰਹੇ ਨੇ। ਈਵਨ ਚੰਡੀਗੜ੍ਹ ਦੇ ਵਿੱਚ ਵੀ ਮੈਨੂੰ ਕੱਲ ਕੋਈ ਦੱਸ ਰਿਹਾ ਸੀਗਾ ਕਿ ਉੱਥੇ ਵੀ ਜਿਹੜੇ ਕੈਂਡੀਡੇਟਸ ਨੇ ਬੀਐਡ ਵਾਲੇ ਉਹਨਾਂ ਨੇ ਭਰਤੀ ਦੇ ਵਿੱਚ ਰੱਖੇ ਸੀਗੇ, ਸੋ ਉਹ ਵੀ ਹੁਣ ਜੌਬਸ ਕਰ ਰਹੇ ਨੇ ਤੇ 1 ਸਾਲ ਹੋ ਗਿਆ ਉਹਨਾਂ ਨੂੰ, ਠੀਕ ਹੈ, ਜੌਬ ਕਰਦੇ ਨੂੰ। ਸੋ ਇੱਥੇ ਇਹਨਾਂ ਨੇ ਬੀਐਡ ਦੀ ਡੀਐਮਸੀ ਤੇ ਡਿਗਰੀ ਦੋਨੋਂ ਹੀ ਮੈਂਸ਼ਨ ਕੀਤੇ ਹੋਏ ਨੇ ਕਿ ਮਤਲਬ ਇਹਨਾਂ ਨੇ ਉਦੋਂ ਮੰਗਵਾਈ ਸੀ ਸਕਰੂਟਨੀ ਦੇ ਵਿੱਚ, ਬਟ ਇਸ ਵਾਰੀ ਇੱਦਾਂ ਦਾ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਸੋ ਮੈਨੂੰ ਇੱਥੇ ਥੋੜ੍ਹਾ ਜਿਹਾ ਡਾਊਟ ਹੋਇਆ ਕਿ ਸ਼ਾਇਦ ਹੋ ਸਕਦਾ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਕੰਸੀਡਰ ਕਰਨਾ ਹੋਵੇ, ਠੀਕ ਹੈ। ਲਾਈਕ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ, ਕੋਈ ਸ਼ਾਇਦ ਇਹਨਾਂ ਨੇ ਰੇਸ਼ੋ ਵਗੈਰਾ ਰੱਖਣੀ ਹੋਵੇ ਅਤੇ ਬੀਐਡ ਵਾਲਿਆਂ ਨੂੰ ਸ਼ਾਇਦ ਬਾਅਦ ਦੇ ਵਿੱਚ ਕੰਸੀਡਰ ਕਰਨਾ ਹੋਵੇ, ਸੋ ਇਸ ਕਰਕੇ ਉਹਨਾਂ ਦੇ ਡਾਕੂਮੈਂਟਸ ਹਾਲੇ ਨਹੀਂ ਮੰਗਾਏ। ਬਟ ਦੂਜੀ ਗੱਲ ਉਹੀ ਕਿ ਤੁਸੀਂ ਆਪਣੀ ਲੌਗਇਨ ਆਈਡੀ ਦੇ ਵਿੱਚ ਲੌਗਇਨ ਕਰਕੇ ਦੇਖੋ ਅਤੇ ਚੈੱਕ ਕਰੋ ਕਿ ਅਗਰ ਤੁਸੀਂ ਬੀਐਡ ਵਾਲੇ ਹੋ ਅਤੇ ਤੁਹਾਨੂੰ ਅਪਲੋਡ ਡਾਕੂਮੈਂਟਸ ਦੀ ਆਪਸ਼ਨ ਆ ਰਹੀ ਹੈ ਅਤੇ ਤੁਸੀਂ ਸੇਫ ਸਕੋਰ ਦੇ ਵਿੱਚ ਹੋ, ਦੈਨ ਫਿਰ ਤੁਸੀਂ ਡੈਫੀਨੇਟਲੀ ਆਪਣੇ ਡਾਕੂਮੈਂਟਸ ਜੋ ਨੇ ਉਹ ਅਪਲੋਡ ਕਰ ਸਕਦੇ ਹੋ, ਠੀਕ ਹੈ ਜੀ। ਹੁਣ ਦੂਸਰੀ ਗੱਲ ਇੱਥੇ ਮੈਂ ਤੁਹਾਨੂੰ ਦੱਸਦੀ ਹਾਂ, ਆਪਣਾ ਪੀਐਸਟੈਟ 1 ਦਾ ਸਰਟੀਫਿਕੇਟ ਜੋ ਹੈ ਇੱਥੇ ਨਹੀਂ ਮੰਗਿਆ ਇਹਨਾਂ ਨੇ, ਠੀਕ ਹੈ ਜੀ। ਸੋ ਇਹ ਕੋਈ ਹੋਰ ਸਰਟੀਫਿਕੇਟ ਜੇਕਰ ਲਾਗੂ ਹੋਵੇ ਨਾ ਤਾਂ ਇਹਦੇ ਵਿੱਚ ਤੁਸੀਂ ਆਪਣਾ ਪੀਐਸਟੈਟ 1 ਦਾ ਸਰਟੀਫਿਕੇਟ ਵੀ ਅਪਲੋਡ ਕਰ ਸਕਦੇ ਹੋ, ਕਿਉਂਕਿ ਇਸ ਚੀਜ਼ ਦਾ ਤੁਹਾਨੂੰ ਬੈਨੀਫਿਟ ਮਿਲਣਾ ਹੀ ਮਿਲਣਾ ਅਤੇ ਇਹ ਸ਼ਿਓਰਿਟੀ ਦੇ ਦਿੰਦਾ ਉਹਨਾਂ ਨੂੰ ਇੱਕ। ਸੋ ਇੱਥੇ ਜਿਹੜੇ ਈਟੀਟੀ ਵਾਲੇ ਨੇ ਉਹ ਆਪਣਾ ਪੀਐਸਟੈਟ 1 ਦਾ ਸਰਟੀਫਿਕੇਟ ਵੀ ਲਾ ਸਕਦੇ ਨੇ, ਕਿਉਂਕਿ ਇਹਨਾਂ ਨੇ ਮੰਗਿਆ ਨਹੀਂ, ਬਟ ਇਹਨਾਂ ਨੇ ਆਪਸ਼ਨ ਜ਼ਰੂਰ ਦੇ ਦਿੱਤੀ ਹੈ ਕਿ ਕੋਈ ਹੋਰ ਅਗਰ ਸਰਟੀਫਿਕੇਟ ਤੁਹਾਡੇ ਕੋਲ ਹੈ ਜਿਹੜਾ ਲਾਗੂ ਹੋ ਸਕਦਾ, ਐਪਲੀਕੇਬਲ ਹੈ, ਤਾਂ ਉਹ ਪੀਐਸਟੈਟ 1 ਦਾ ਹੁੰਦਾ, ਤੁਸੀਂ ਇੱਥੇ ਉਹ ਵੀ ਲਗਾ ਦੇਣਾ, ਜ਼ਰੂਰ ਲਗਾਇਓ ਜਿਨ੍ਹਾਂ ਕੋਲ ਹੈਗੇ ਨੇ ਆਪਣੇ ਸਰਟੀਫਿਕੇਟਸ, ਠੀਕ ਹੈ ਜੀ। ਹੁਣ ਗੱਲ ਕਰਦੇ ਕਿ ਬੀਐਡ ਵਾਲਿਆਂ ਦੀ ਜਿਨ੍ਹਾਂ ਦੀ ਹਾਲੇ ਵੀ ਕਨਫਿਊਜ਼ਨ ਬਣੀ ਹੋਈ ਹੈ, ਤਾਂ ਲਾਸਟ ਟਾਈਮ ਜਦੋਂ ਭਰਤੀ ਹੋਈ ਸੀ 2019 ਦੇ ਵਿੱਚ, ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕਿ ਜਿਵੇਂ ਕੱਲ੍ਹ ਵੀ ਆਪਣੀ ਇਹੀ ਡਿਸਕਸ਼ਨ ਇਹਦੇ 'ਤੇ ਚੱਲੀ ਸੀ ਕਿ ਬੀਐਡ ਵਾਲਿਆਂ ਨੂੰ ਐਲੀਜੀਬਲ ਮੰਨਿਆ ਜਾਂਦਾ ਹੈ, ਬਟ ਇਸ ਵਾਲੀ ਭਰਤੀ ਦੇ ਵਿੱਚ ਮੈਨੂੰ ਹਾਲੇ ਵੀ ਮਤਲਬ ਕਨਫਿਊਜ਼ਨ ਹੈ ਕਿ ਹੁਣ ਉਹ ਕੀ ਕਰਨਗੇ, ਮਤਲਬ ਨੈਕਸਟ ਸਟੈਪ ਕੀ ਹੋਊਗਾ, ਕਿ ਕੰਸੀਡਰ ਕਰਨਗੇ ਕਿ ਨਹੀਂ, ਕਿਉਂਕਿ ਇਹਦੇ ਵਿੱਚ ਇਹਨਾਂ ਨੇ ਕੋਈ ਵੀ ਅੱਜ ਉਹਨਾਂ ਦੀ ਸਕਰੂਟਨੀ ਦੀ ਗੱਲ ਨਹੀਂ ਕੀਤੀ। ਹਾਂਜੀ, ਇਹ ਲਾਸਟ ਟਾਈਮ ਦੇ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਸੀ ਨਾ ਈਟੀਟੀ ਦੇ, ਉਹਨਾਂ ਦੀ ਲਿਸਟ ਹੈ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਜਗਮੇਤ ਸਿੰਘ, ਇਹਨਾਂ ਦੇ ਮਾਰਕਸ ਜੋ ਨੇ ਜੀ ਉਹ 98 ਸੀਗੇ ਪੀਐਸਟੈਟ ਦੇ ਵਿੱਚ, ਅਤੇ ਇਹਨਾਂ ਨੇ ਬੀਐਡ ਕੀਤੀ ਹੋਈ ਸੀਗੀ, ਐਲੀਜੀਬਲ ਸੀਗੇ ਇਹ, ਠੀਕ ਹੈ। ਸੋ ਇੱਥੇ ਹੁਣ ਤਾਂ ਕੋਈ ਕਨਫਿਊਜ਼ਨ ਹੀ ਨਹੀਂ ਰਹਿ ਗਿਆ ਕਿ ਲਾਸਟ ਟਾਈਮ ਇਹਨਾਂ ਨੇ ਉਹਨਾਂ ਨੂੰ ਐਲੀਜੀਬਲ ਮੰਨਿਆ ਸੀਗਾ। ਇੱਕ ਮੈਂ ਤੁਹਾਨੂੰ ਹੋਰ ਦਿਖਾ ਦਿੰਦੀ ਹਾਂ, ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ, ਸਭ ਤੋਂ ਪਹਿਲਾ ਕੈਂਡੀਡੇਟ ਹੀ ਗੁਰਮੀਤ ਸਿੰਘ, ਤਾਂ ਇਹਨਾਂ ਦੇ 96 ਮਾਰਕਸ ਸੀਗੇ, ਸਟੇਟਸ ਦੇਖੋ ਐਲੀਜੀਬਲ ਲਿਖਿਆ ਹੋਇਆ ਅਤੇ ਰਿਮਾਰਕਸ ਸੀਗੇ ਬੀਐਡ ਡਨ। ਸੋ ਇੱਥੋਂ ਹੁਣ ਸਮਝ ਨਹੀਂ ਆ ਰਿਹਾ ਕਿ ਇਸ ਵਾਰੀ ਇਹਨਾਂ ਨੇ ਕੀ ਕਰਨਾ, ਐਲੀਜੀਬਿਲਿਟੀ ਨੂੰ ਇਹ ਕੰਸੀਡਰ ਕਰੂਗੇ ਕਿ ਨਹੀਂ ਕਰੂਗੇ। ਸੋ ਡਿਪੈਂਡ ਕਰਦਾ ਹੈ ਜੀ, ਵੇਟ ਹੀ ਕਰ ਸਕਦੇ ਆ ਨੈਕਸਟ ਨੋਟਿਸ ਦੀ। ਸੋ ਅਗਰ ਤਾਂ ਤੁਹਾਨੂੰ ਆਪਸ਼ਨ ਆ ਰਹੀ ਹੈ ਲੌਗਇਨ ਕਰਕੇ, ਦੈਨ ਤੁਸੀਂ ਉੱਥੇ ਆਪਣੇ ਡਾਕੂਮੈਂਟਸ ਨੇ ਜਿਹੜੇ ਉਹ ਅਪਲੋਡ ਕਰ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅਪੇਅਰਿੰਗ ਕੈਂਡੀਡੇਟਸ ਦੀ। ਅਗਰ ਆਪਾਂ ਨੋਟਿਸ ਆਪਣਾ ਰਿਕਰੂਟਮੈਂਟ ਵਾਲਾ ਧਿਆਨ ਨਾਲ ਪੜ੍ਹੀਏ ਤਾਂ ਇੱਥੇ ਇਹਨਾਂ ਨੇ ਗ੍ਰੈਜੂਏਸ਼ਨ ਦੇ ਨਾਲ ਇੱਕ ਤਾਂ ਆਪਸ਼ਨ ਦਿੱਤੀ ਸੀ ਕਿ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਵਿਦ ਮਿਨੀਮਮ 55% ਮਾਰਕਸ, ਪਲੱਸ ਉਹਦੇ ਨਾਲ ਇਹਨਾਂ ਨੇ ਕੰਡੀਸ਼ਨ ਰੱਖੀ ਸੀ ਕਿ ਕੈਂਡੀਡੇਟਸ ਜਿਹੜੇ ਈਟੀਟੀ ਕਰ ਚੁੱਕੇ ਨੇ ਜਾਂ ਫਿਰ ਕਰ ਰਹੇ ਨੇ, ਤਾਂ ਉਹਨਾਂ ਨੂੰ ਵੀ +2 ਦੇ ਨਾਲ, ਮਤਲਬ ਜਿਨ੍ਹਾਂ ਨੇ 10+2 ਕੀਤੀ ਹੋਈ ਹੈ ਪਲੱਸ ਉਹਨਾਂ ਨੇ ਈਟੀਟੀ ਜਾਂ ਤਾਂ ਕਰ ਚੁੱਕੇ ਨੇ ਜਾਂ ਫਿਰ ਕਰ ਰਹੇ ਨੇ, shall be considered for appointment into the service under these rules as one-time measure till the first day of April 2022 in order to remove the hardship of those candidates who have acquired the said qualifications under the previous rules। ਸੋ ਜੀ ਇਹਨਾਂ ਦੇ ਅਕੋਰਡਿੰਗ ਅਗਰ ਆਪਾਂ ਇਹਨਾਂ ਦਾ ਨੋਟਿਸ ਪੜ੍ਹੀਏ ਤਾਂ ਜਿਹੜੇ ਕੈਂਡੀਡੇਟਸ ਈਟੀਟੀ ਕਰ ਚੁੱਕੇ ਨੇ ਜਾਂ ਈਟੀਟੀ ਕਰ ਰਹੇ ਨੇ ਤੇ ਨਾਲ +2 ਕੀਤੀ ਹੋਈ ਹੈ ਉਹ ਵੀ ਐਲੀਜੀਬਲ ਨੇ, ਠੀਕ ਹੈ ਜੀ। ਸੋ ਕਾਫੀ ਸਾਰੇ ਕੈਂਡੀਡੇਟਸ ਦਾ ਕੁਐਸਚਨ ਸੀਗਾ ਅਪੀਅਰਿੰਗ ਵਾਲੇ ਕੈਂਡੀਡੇਟਸ ਦਾ, ਤਾਂ ਉਹ ਵੀ ਅੱਜ ਆਪਣੇ ਡਾਕੂਮੈਂਟਸ ਜੋ ਨੇ ਅਪਲੋਡ ਕਰ ਸਕਦੇ ਨੇ ਅਗਰ ਤੁਹਾਡੇ ਮਾਰਕਸ ਅੱਛੇ ਨੇ, ਬਟ ਸ਼ਰਤ ਇਹੀ ਹੈ ਕਿ ਤੁਹਾਡਾ ਉਹ ਪੋਰਟਲ ਜੋ ਹੈ ਉਹ ਓਪਨ ਹੁੰਦਾ ਹੋਣਾ ਚਾਹੀਦਾ ਅਪਲੋਡ ਡਾਕੂਮੈਂਟਸ ਵਾਲਾ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਜੀ ਗੱਲ ਕਰਦੇ ਹਾਂ ਹੁਣ ਸਰਟੀਫਿਕੇਟਸ ਵਾਲੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਪ੍ਰੋਬਲਮ ਸੀਗੀ ਵੈਲੀਡਿਟੀ ਦੀ। ਤੁਹਾਡੇ ਬਾਕੀ ਜਿੰਨੇ ਵੀ ਸਰਟੀਫਿਕੇਟਸ ਨੇ, ਲਾਈਕ ਤੁਹਾਡਾ ਕੈਟੇਗਰੀ ਦਾ ਸਰਟੀਫਿਕੇਟ ਹੈ, ਤੁਹਾਡਾ ਰੈਜ਼ੀਡੈਂਸ ਦਾ ਸਰਟੀਫਿਕੇਟ ਹੈ, ਜੋ ਵੀ ਸਰਟੀਫਿਕੇਟ ਨੇ ਵਿੱਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਦੇ, ਪਹਿਲਾਂ ਮੈਂ ਇਹਨਾਂ ਦੀ ਗੱਲ ਕਰ ਰਹੀ ਹਾਂ ਕਿ ਜਿਹੜੇ ਵਿੱਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਵਾਲੇ ਸਰਟੀਫਿਕੇਟ ਹੈ, ਲਾਈਕ ਤੁਹਾਡਾ ਬੀਐਡ ਦਾ ਸਰਟੀਫਿਕੇਟ, ਤੁਹਾਡਾ ਈਟੀਟੀ ਦਾ ਸਰਟੀਫਿਕੇਟ, ਤੁਹਾਡਾ ਗ੍ਰੈਜੂਏਸ਼ਨ ਦਾ ਸਰਟੀਫਿਕੇਟ, ਤੁਹਾਡਾ 10+2 ਦਾ ਸਰਟੀਫਿਕੇਟ, ਤੁਹਾਡਾ 10th ਦਾ ਸਰਟੀਫਿਕੇਟ, ਠੀਕ ਹੈ ਜੀ। ਤਾਂ ਇਹ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣ, ਠੀਕ ਹੈ। ਅਗਰ ਫੋਰ ਐਗਜ਼ਾਮਪਲ ਆਪਣੀ ਆਖਰੀ ਮਿਤੀ ਹੈ ਜਿਹੜੀ ਉਹ 30 ਅਕਤੂਬਰ ਸੀ, ਤਾਂ ਤੁਹਾਡੇ ਜਾਂ ਤਾਂ 30 ਅਕਤੂਬਰ ਤੋਂ
ਪਹਿਲਾਂ ਦੇ ਬਣੇ ਹੋਣ ਜਾਂ 30 ਅਕਤੂਬਰ ਤੱਕ ਦੇ ਬਣੇ ਹੋਣ ਤਾਂ ਹੀ ਤੁਹਾਨੂੰ ਕੰਸੀਡਰ ਕੀਤਾ ਜਾਊਗਾ। ਅਤੇ ਸੈਕਿੰਡਲੀ ਜਿਹੜੇ ਤੁਹਾਡੇ ਜਾਤੀ ਵਾਲੇ ਸਰਟੀਫਿਕੇਟਸ ਨੇ, ਕੈਟਾਗਰੀਆਂ ਦੇ ਸਰਟੀਫਿਕੇਟ ਦੇ, SC ST ਅੰਗਹੀਨ ਤੇ ਹੋਰ ਲੋੜੀਂਦੇ ਸਰਟੀਫਿਕੇਟ ਆਦਿ ਸਰਟੀਫਿਕੇਟ ਸਕਰੂਟਨੀ ਸਮੇਂ ਹੀ ਜਮ੍ਹਾਂ ਚੈੱਕ ਕਰਾਉਣ ਉਪਰੰਤ ਮੰਨਣਯੋਗ ਹੋਣਗੇ। ਉਸ ਤੋਂ ਬਾਅਦ ਕਿਸੇ ਦੀ ਉਮੀਦਵਾਰ ਦੀ ਪ੍ਰਤੀਵੇਤੀ ਜੋ ਹੈ ਪ੍ਰਵਾਨ ਨਹੀਂ ਕੀਤੀ ਜਾਏਗੀ। ਠੀਕ ਹੈ ਜੀ। ਸੋ ਜਿਹੜੇ ਤਾਂ ਤੁਹਾਡੇ ਅਕੈਡਮਿਕ ਵਾਲੇ ਹੁੰਦੇ ਨੇ ਸਾਰੇ ਸਰਟੀਫਿਕੇਟ, ਸੋ ਲਾਸਟ ਡੇਟ ਦੇ ਜਾਂ ਫਿਰ ਉਸ ਤੋਂ ਪਹਿਲਾਂ ਦੇ ਜੋ ਨੇ ਉਹ ਹੋਣੇ ਚਾਹੀਦੇ ਨੇ ਤੁਹਾਡੇ ਕੋਲ। ਅਗਰ ਤੁਹਾਡਾ ਉਸ ਤੋਂ ਬਾਅਦ ਦਾ ਸਰਟੀਫਿਕੇਟ ਬਣਿਆ ਹੋਇਆ ਫਿਰ ਤੁਹਾਨੂੰ ਇਹਦੇ ਵਿੱਚ ਐਲੀਜੀਬਲ ਨਹੀਂ ਮੰਨਿਆ ਜਾਊਗਾ, ਪਾਤਰਤਾ ਰੱਦ ਕਰ ਦਿੱਤੀ ਜਾਊਗੀ। ਸੋ ਇਹ ਸਾਰੇ ਮੇਨ ਡਾਊਟਸ ਸੀਗੇ ਜਿਹੜੇ ਕੈਂਡੀਡੇਟਸ ਨੂੰ ਹੈਗੇ ਸੀਗੇ। ਸੋ ਉਹਨਾਂ ਦੀ ਮੈਂ ਗੱਲ ਕਰ ਚੁੱਕੀ ਹਾਂ। ਅਤੇ ਇਸ ਤੋਂ ਇਲਾਵਾ ਹੁਣ ਜੇ ਤੁਹਾਨੂੰ ਕਨਫਿਊਜ਼ਨ ਆ ਦੈਨ ਉਹ ਤੁਸੀਂ ਪੁੱਛ ਸਕਦੇ ਹੋ। ਅਤੇ ਪਲੀਜ਼ ਆਪਣੇ ਮਾਰਕਸ ਵਗੈਰਾ ਪਹਿਲਾਂ ਹੀ ਆਪਣੀਆਂ ਕੈਟੇਗਰੀਜ਼ ਦੇ ਅਕੋਰਡਿੰਗ ਚੈੱਕ ਕਰਕੇ ਆਪਣੇ ਮਾਰਕਸ ਐਡ ਕਰਕੇ ਦੇਖੋ ਕਿ ਤੁਹਾਡੇ ਕਿੰਨੇ ਕਿੰਨੇ ਬਣ ਰਹੇ ਨੇ। ਅਤੇ ਉਹ ਤੁਹਾਡੀ ਮਤਲਬ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਤੁਸੀਂ ਆਪਣੇ ਮਾਰਕਸ ਖੁਦ ਚੈੱਕ ਕਰੋ। ਠੀਕ ਹੈ। ਲਾਈਕ ਆਪਾਂ ਮਤਲਬ ਕਿਸੇ ਬੰਦੇ ਨੂੰ ਪੁੱਛ ਰਹੇ ਹਾਂ ਕਿ ਮੇਰੇ ਇੰਨੇ ਮਾਰਕਸ ਨੇ ਅਤੇ ਮੇਰੇ ਕੈਟੇਗਰੀ ਦੇ ਇੰਨੇ ਮਾਰਕਸ ਜੁੜ ਰਹੇ ਨੇ, ਮੇਰੇ ਕੁਆਲੀਫਿਕੇਸ਼ਨ ਦੇ ਇੰਨੇ ਮਾਰਕਸ ਨੇ, ਤਾਂ ਕੀ ਮੇਰਾ ਚਾਂਸ ਹੈਗਾ? ਤਾਂ ਜੀ ਉਹ ਤੁਸੀਂ ਖੁਦ ਦੇਖਣਾ ਹੁੰਦਾ। ਤੁਹਾਡੇ ਕੋਲ ਲਿਸਟ ਹੈਗੀ ਹੈ ਤਾਂ ਉਹਦੇ 'ਚ ਦੇਖੋ ਕਿ ਮੇਰੇ ਰਿਟਨ ਦੇ ਵਿੱਚ ਇੰਨੇ ਮਾਰਕਸ ਆਏ ਸੀ, ਮੇਰੇ ਐਕਸਪੀਰੀਅੰਸ ਦੇ ਇੰਨੇ ਮਾਰਕਸ ਨੇ, ਅਤੇ ਮੇਰੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਹਾਇਰ ਦੇ ਇੰਨੇ ਮਾਰਕਸ ਲੱਗਣਗੇ। ਤਾਂ ਸਾਰੇ ਟੋਟਲ ਕਰਕੇ ਤੁਸੀਂ ਖੁਦ ਦੇਖੋ ਕਿ ਤੁਹਾਡਾ ਚਾਂਸ ਹੈ ਤੁਸੀਂ ਇਹਦੇ ਵਿੱਚ ਕੱਟ ਆਫ ਦੇ ਵਿੱਚ ਆ ਰਹੇ ਹੋ ਕਿ ਨਹੀਂ ਆ ਰਹੇ ਹੋ। ਠੀਕ ਹੈ। ਸੈਕਿੰਡਲੀ ਇੱਕ ਕੈਂਡੀਡੇਟਸ ਨੂੰ ਕਨਫਿਊਜ਼ਨ ਹੈ ਕਿ ਕੀ ਇਹਦੀ ਕੋਈ ਹੋਰ ਮੈਰਿਟ ਲਿਸਟ ਵੀ ਆਊਗੀ? ਤਾਂ ਜੀ ਆ ਸਕਦੀ ਹੈ, ਕਿਉਂਕਿ ਸਕਰੂਟਨੀ ਦੇ ਟਾਈਮ 'ਤੇ ਬਹੁਤ ਸਾਰੇ ਕੈਂਡੀਡੇਟਸ ਜੋ ਨੇ ਉਹ ਨਿਕਲ ਜਾਂਦੇ ਨੇ ਕਿਸੇ ਨਾ ਕਿਸੇ ਡਾਕੂਮੈਂਟ ਦੇ ਨਾ ਹੋਣ ਕਰਕੇ, ਜਾਂ ਫਿਰ ਕਈਆਂ ਦੀ ਲਾਈਕ ਕੁਆਲੀਫਿਕੇਸ਼ਨ ਜੋ ਹੈ ਉਹ ਸਹੀ ਨਹੀਂ ਮੰਨੀ ਜਾਂਦੀ, ਜਾਂ ਫਿਰ ਹੋਰ ਓਵਰ ਏਜ ਕੈਂਡੀਡੇਟ ਹੋਵੇ ਕੋਈ। ਠੀਕ ਹੈ। ਬਹੁਤ ਸਾਰੇ ਕੇਸਿਸ ਹੁੰਦੇ ਨੇ, ਤਾਂ ਉਹਨਾਂ ਕੇਸਿਸ ਦੇ ਵਿੱਚ ਉਹਨਾਂ ਨੂੰ ਜੋ ਹੈ ਬਾਹਰ ਕਰ ਦਿੱਤਾ ਜਾਂਦਾ। ਸੋ ਹੋ ਸਕਦਾ ਕਿ ਥੋੜ੍ਹੀ ਬਹੁਤ ਲਿਸਟ ਜੋ ਹੈ ਇੱਕ ਅੱਧੀ ਲਿਸਟ ਹੋਰ ਆ ਜਾਵੇ ਅਤੇ ਉਹਦੇ ਵਿੱਚ ਹੋਰ ਕੈਂਡੀਡੇਟਸ ਜੋ ਨੇ ਉਹ ਬੁਲਾਏ ਜਾਣ, ਅਤੇ ਬੁਲਾਏ ਵੀ ਜਾਣਗੇ। ਇੰਨਾ ਕੁ ਤਾਂ ਜ਼ਰੂਰ ਮਤਲਬ ਹੈਗਾ ਕਿ ਦੂਸਰੀ ਲਿਸਟ ਵੀ ਆਊਗੀ। ਹੁਣ ਇਹ ਤੁਹਾਡੇ ਕੋਲ ਜਿਹੜਾ ਵਲੰਟੀਅਰਸ ਨੇ ਉਹਨਾਂ ਨੇ ਤਜਰਬਾ ਸਰਟੀਫਿਕੇਟ ਬਣਾਉਣਾ ਉਹਦਾ ਨਮੂਨਾ ਦਿੱਤਾ ਹੋਇਆ। ਸੋ ਇਹ ਤੁਸੀਂ ਇਹਨਾਂ ਦੀ ਸਾਈਟ ਤੋਂ ਡਾਊਨਲੋਡ ਕਰਕੇ ਆਪਣਾ ਸਾਰਾ ਫਿਲ ਕਰਕੇ ਅਤੇ ਸਾਈਨ ਜੋ ਹੈ ਉਹ ਤੁਸੀਂ ਤਸਦੀਕ ਜੋ ਹੈ ਕਰਾ ਸਕਦੇ ਹੋ। BPO 1 2 3 ਇੱਥੇ ਲਿਖਿਆ ਹੋਇਆ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਹਸਤਾਖਰ ਸਮੇਤ ਮੋਹਰ, ਅਤੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਪੂਰਾ ਨਾਮ ਅਤੇ ਸੰਪਰਕ ਨੰਬਰ। ਠੀਕ ਹੈ ਜੀ। ਸੋ ਇਹ ਤੁਹਾਡੇ ਕੋਲ ਹੋਣਾ ਚਾਹੀਦਾ। ਤੁਸੀਂ ਅਪਲੋਡ ਵੀ ਕਰਨਾ ਇਹਨੂੰ, ਅਤੇ ਤੁਸੀਂ ਇਹਨੂੰ ਜੋ ਹੈ ਉਦੋਂ ਉਸ ਟਾਈਮ 'ਤੇ ਜਦੋਂ ਸਕਰੂਟਨੀ ਹੋਊਗੀ, ਬੁਲਾਇਆ ਜਾਊਗਾ ਆਫਲਾਈਨ, ਉਦੋਂ ਤੁਸੀਂ ਉੱਥੇ ਪ੍ਰਜੈਂਟ ਵੀ ਕਰਨਾ ਹੋਊਗਾ। ਸੋ ਇਹ ਸੀ ਜੀ ਅੱਜ ਦੀ ਵੀਡੀਓ ਦੇ ਮੇਨ ਪੁਆਇੰਟਸ। ਜੇ ਹਾਲੇ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੈਗੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਅਤੇ ਸਭ ਤੋਂ ਪਹਿਲੀ ਗੱਲ ਤੁਸੀਂ ਆਪਣੀ ਲੌਗਇਨ ID ਜੋ ਹੈ ਉਹ ਭਰ ਕੇ ਅਤੇ ਚੈੱਕ ਕਰਕੇ ਦੇਖੋ ਕਿ ਤੁਹਾਨੂੰ ਆਪਸ਼ਨ ਆ ਰਹੀ ਹੈ ਪੋਰਟਲ ਦੀ ਡਾਕੂਮੈਂਟਸ ਅਪਲੋਡ ਕਰਨ ਦੀ ਕਿ ਨਹੀਂ, ਫਿਰ ਹੀ ਆਪਾਂ ਅੱਗੇ ਉਹਦਾ ਕੋਈ ਸੋਲਿਊਸ਼ਨ ਕੱਢ ਸਕਦੇ ਹਾਂ। ਠੀਕ ਹੈ ਜੀ। ਸੋ ਬਾਕੀਆਂ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਓ, ਅਤੇ ਪਲੀਜ਼ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਆਰਗੂਮੈਂਟਸ ਨਾ ਕਰਿਓ BEd ਅਤੇ ETT ਵਾਲੇ। ਠੀਕ ਹੈ। ਸੋ ਅਗਰ ਤੁਹਾਨੂੰ ਕੋਈ ਕਨਫਿਊਜ਼ਨ ਹੈ ਉਹ ਤੁਸੀਂ ਪੁੱਛ ਸਕਦੇ ਹੋ। ਵੈਸੇ ਮੈਂ ਤੁਹਾਨੂੰ ਗੱਲਾਂ ਕਲੀਅਰ ਕਰ ਦਿੱਤੀਆਂ ਨੇ, ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਹਾਲੇ ਸ਼ਾਇਦ ਮੇਬੀ BEd ਵਾਲਿਆਂ ਨੂੰ ਨਾ ਕੰਸੀਡਰ ਕੀਤਾ ਹੋਵੇ। ਬਾਕੀ ਅਗਲਾ ਨੋਟਿਸ ਆਉਣ ਤੱਕ ਹੀ ਕੁਛ ਕਹਿ ਸਕਦੇ ਹਾਂ। ਮੈਂ ਆਪਣੇ ਕੋਈ ਵੀ ਪਰਸਨਲ ਵਿਊਜ਼ ਨਹੀਂ ਦੇ ਸਕਦੀ ਇਸ ਚੀਜ਼ 'ਤੇ। ਠੀਕ ਹੈ ਜੀ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਬਾਰੇ ਪਤਾ ਲੱਗਦਾ ਰਹੇ। ਸੋ ਜੀ ਥੈਂਕ ਯੂ, ਥੈਂਕਸ ਫੋਰ ਵਾਚਿੰਗ।